ਸੋ ਜਿਹੜਾ ਆਪਣਾ ਥਰਡ ਚੈਪਟਰ ਹੈ ਉਹਦਾ ਨਾਮ ਹੈਗਾ ਜੀ ਹਾਈਵੇ ਸਰਵੇ ਐਂਡ ਪਲਾਨ। ਬੇਸਿਕਲੀ ਇਹਦੇ ਚ ਕੀ ਕੀਤਾ ਜਾਂਦਾ ਕਿ ਹਾਈਵੇ ਨੂੰ, ਕਿਸੇ ਵੀ ਹਾਈਵੇ ਨੂੰ ਕੰਸਟਰਕਟ ਕਰਨ ਲਈ ਪਹਿਲਾਂ ਉੱਥੇ ਸਰਵੇ ਕੀਤਾ ਜਾਂਦਾ। ਜਿੱਦਾਂ ਕਿ ਆਪਾਂ ਕੋਈ ਵੀ ਬਿਲਡਿੰਗ ਬਣਾਉਣੀ ਹੋਵੇ, ਇੱਕ ਛੋਟੀ ਜਿਹੀ ਬਿਲਡਿੰਗ ਬਣਾਉਣ ਲਈ ਵੀ ਆਪਾਂ ਉੱਥੇ ਪਹਿਲਾਂ ਸਰਵੇ ਕਰਦੇ ਹਾਂ, ਫਿਰ ਉਹਦੀ ਪਲੈਨਿੰਗ ਕਰਦੇ ਹਾਂ। ਬਟ ਇਹ ਹਾਈਵੇ ਦੇ ਕੇਸ 'ਚ ਸਾਨੂੰ ਕਈ ਤਰ੍ਹਾਂ ਦੇ ਸਰਵੇਸ ਕਰਨੇ ਪੈਂਦੇ, ਕਿਉਂਕਿ ਹਾਈਵੇ ਦਾ ਪ੍ਰੋਜੈਕਟ ਬਹੁਤ ਵੱਡਾ ਹੁੰਦਾ ਔਰ ਓਨਾ ਹੀ ਉਹਦਾ ਕੋਸਟਲੀ ਪ੍ਰੋਜੈਕਟ ਹੋਏਗਾ। ਸੋ ਉਹਨਾਂ ਸਾਰੇ ਫੈਕਟਰਸ ਨੂੰ ਧਿਆਨ 'ਚ ਰੱਖ ਕੇ ਜਿਹੜੇ ਇੰਜੀਨੀਅਰਸ ਨੂੰ ਉਹ ਫੈਕਟਰ, ਸਾਰੇ ਦੇ ਸਾਰੇ ਫੈਕਟਰ ਪਤਾ ਵਾ, ਉਹ ਸਾਰੇ ਦੇ ਫੈਕਟਰ ਧਿਆਨ 'ਚ ਰੱਖ ਕੇ ਫਿਰ ਇਹਨਾਂ ਦਾ ਸਰਵੇ ਕੀਤਾ ਜਾਂਦਾ ਔਰ ਇਹਨਾਂ ਦੇ ਪਲਾਨਸ ਤਿਆਰ ਕੀਤੇ ਜਾਂਦੇ। ਸੋ ਇਹਦੇ 'ਚ ਫਸਟ ਟੌਪਿਕ ਹੈਗਾ ਟੋਪੋਗ੍ਰਾਫਿਕ ਮੈਪ। So what is topographic map? A topographic map represents the three-dimensional configuration of the land by using contour lines and symbols. It shows the location and the shape of the mountain, valleys, plains, streams, wooded areas, roads, buildings, and many other features. So basically survey plan ਹੈਗਾ ਕਿ ਇਹ topographic map ਹੈ ਕੀ ਆ, ਜਿਹੜੇ ਆਪਾਂ ਕੰਟੂਰਸ ਬਣਾਉਂਦੇ ਆ, ਡਿਫਰੈਂਟ ਜਿਹੜੇ ਕੰਟੂਰਸ ਆ, ਉਹ ਜਿਹੜੇ ਅਲੱਗ-ਅਲੱਗ ਕੰਟੂਰਸ ਆ ਉਹਨਾਂ ਨੂੰ ਆਪਾਂ ਜੁਆਇਨ ਕਰੀਦਾ। ਜਿੱਦਾਂ ਆਪਾਂ ਜਿਹੜੇ ਡਿਫਰੈਂਟ ਲੈਵਲਸ ਆ ਕੰਟੂਰ, ਬੇਸਿਕਲੀ ਲਾਸਟ ਸਮੈਸਟਰ ਤੁਸੀਂ ਕੀਤੇ ਆ, ਤੁਹਾਡੇ ਜੋ ਕਾਫੀ ਬੱਚਿਆਂ ਨੇ ਕਰ ਲਏ ਪਰਫੋਰਮ, ਕਈਆਂ ਨੇ ਨਹੀਂ ਪਰਫੋਰਮ ਕਰ ਸਕੇ ਕਿਉਂਕਿ ਰੀਜ਼ਨ ਤੁਹਾਨੂੰ ਪਤਾ ਹੀ ਹੈ ਕਿਉਂ ਨਹੀਂ ਪਰਫੋਰਮ ਹੋਏ। ਸੋ ਉਹ ਕੰਟੂਰਿੰਗ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਆ। ਇਸ ਸਮੈਸਟਰ ਆਪਣਾ ਕੈਂਪ ਵੀ ਜਾਣਾ ਸੀਗਾ, ਸਰਵੇ ਕੈਂਪ, ਹਾਲੇ ਉਹਦਾ ਕੋਈ ਫਾਈਨਲ ਨਹੀਂ ਹੈ ਕੀ ਹੋਇਆ ਕੀ ਨਹੀਂ। ਸੋ ਉਹਦੇ 'ਚ ਅਗਰ ਤੁਸੀਂ ਕੈਂਪ ਤੇ ਜਾਂਦੇ ਤੇ ਤੁਹਾਨੂੰ ਇਹ ਕੰਟੂਰਸ ਉੱਥੇ ਬਣਾਉਣੇ ਪੈਣੇ ਸੀ, ਟੋਪੋਗ੍ਰਾਫਿਕ ਮੈਪ ਉੱਥੇ ਤਿਆਰ ਕਰਨਾ ਪੈਣਾ ਸੀ। ਉੱਥੇ ਜਿਹੜੀ ਆਪਾਂ ਸ਼ੀਟ ਬਣਾਉਂਦੇ ਆ, ਬੇਸਿਕਲੀ ਕਿੱਦਾਂ ਬਣਾਉਂਦੇ ਆ, ਪਹਿਲਾਂ ਤੁਹਾਨੂੰ ਪਲੇਨ ਟੇਬਲ ਤੇ ਸ਼ੀਟ ਬਣਾਉਣੀ ਪੈਂਦੀ, ਉਸ ਏਰੀਏ ਦਾ ਸਾਰਾ ਪਲਾਨ ਡਰਾ ਕਰਨਾ ਪੈਂਦਾ, ਦੈਨ ਉਹਦਾ ਕੰਟੂਰਿੰਗ ਕਰਨੀ ਪੈਂਦੀ ਅਲੱਗ ਤੋਂ। ਉਹ ਕੰਟੂਰਿੰਗ ਕਿੱਦਾਂ ਹੋਣੀ, ਲੈਵਲਿੰਗ ਕਰਕੇ ਉਸ ਏਰੀਆ ਦੀ, ਚਾਹੇ ਸਕੇਅਰ ਲੈਵਲ ਕਰੋ, ਚਾਹੇ ਦੂਸਰਾ ਮੈਥਡ ਤੁਸੀਂ ਰੇਡੀਅਲ ਲਾਈਨ ਮੈਥਡ ਅਡੋਪਟ ਕਰੋ, ਜਿਹੜਾ ਮਰਜੀ ਮੈਥਡ ਅਡੋਪਟ ਕਰਕੇ ਪਹਿਲਾਂ ਤੁਸੀਂ ਉੱਥੇ ਲੈਵਲ ਕੈਲਕੂਲੇਟ ਕਰੋਗੇ, ਦੈਨ ਇੱਕ ਇਮੇਜਨਰੀ ਲਾਈਨ ਤੁਹਾਨੂੰ ਬਣਾਉਣੀ ਪੈਣੀ, ਉਹੀ ਲਾਈਨ ਤੁਹਾਨੂੰ ਸ਼ੀਟ ਦੇ ਉੱਤੇ ਅਪਲੋਡ ਕਰਨੀ ਪੈਣੀ। ਉਸੇ ਲਾਈਨ ਨੂੰ ਜਦੋਂ ਤੁਸੀਂ ਆਪਣੇ ਜਿਹੜਾ ਪਲਾਨ ਤਿਆਰ ਕੀਤਾ ਉਹਦੇ ਉੱਤੇ ਬਣਾਤਾ, ਮੀਨਸ ਉਸ ਡਰਾਇੰਗ ਦੇ ਉੱਤੇ ਤਿੰਨ ਚੀਜ਼ਾਂ ਹੋ ਗਈਆਂ ਹੁਣ, ਪਹਿਲਾ ਟਰਵਰਸ, ਦੂਜਾ ਜਿਹੜਾ ਤੁਹਾਡਾ ਪਲਾਨ ਬਣਿਆ ਸੀਗਾ ਉਸ ਏਰੀਏ ਦਾ, ਤੀਜਾ ਜਿਹੜਾ ਕੰਟੂਰ ਸੀਗੇ, ਉਹ ਤਿੰਨੋਂ ਸ਼ੀਟਾਂ ਜਦੋਂ ਇੱਕ ਸ਼ੀਟ ਦੇ ਉੱਤੇ ਕੰਬਾਈਨ ਕਰਤੀਆਂ, ਇਟ ਇਜ਼ ਨੋਨ ਐਜ਼ ਟੋਪੋਗ੍ਰਾਫਿਕ ਮੈਪ। ਉਹਨੂੰ ਆਪਾਂ ਟੋਪੋਗ੍ਰਾਫਿਕ ਮੈਪ ਕਵਾਂਗੇ। ਹੁਣ ਉਹ ਟੋਪੋਗ੍ਰਾਫਿਕ ਮੈਪ ਤੋਂ ਕੰਟੂਰ ਇੰਟਰਵਲਸ ਦੇਖ ਕੇ ਸਾਨੂੰ ਪਤਾ ਲੱਗੇਗਾ ਕਿ ਇਸ ਏਰੀਆ ਦੇ ਵਿੱਚ ਪਲੇਨ ਏਰੀਆ ਵਾ, ਵੈਲੀ ਹੈ, ਮਾਊਂਟੇਨ ਹੈ, ਹਿੱਲ ਹੈ, ਕਿ ਰੋਡਸ ਹੈਗੀਆਂ, ਕਿ ਕੀ ਕਿਹੜੇ ਫੀਚਰਸ ਹੈਗੇ, ਉਹ ਸਾਨੂੰ ਟੋਪੋਗ੍ਰਾਫਿਕ ਮੈਪ ਤੋਂ ਦੇਖ ਕੇ ਪਤਾ ਲੱਗੇਗਾ। ਕੁਛ ਮੈਂ ਪਿਕਚਰਸ ਦਿਖਾਈਆਂ, ਅਗਰ ਤੁਸੀਂ ਨੈਟ ਤੇ ਸਰਚ ਕਰੋਗੇ ਕਿ ਟੋਪੋਗ੍ਰਾਫਿਕ ਮੈਪ ਕਿੱਦਾਂ ਦਾ ਹੁੰਦਾ, ਤੇ ਕੁਛ ਇਸ ਤਰ੍ਹਾਂ ਦਾ ਟੋਪੋਗ੍ਰਾਫਿਕ ਮੈਪ ਸਾਨੂੰ ਦਿਖਾਏਗਾ ਜੀ। ਦੈਨ ਇਹ ਕੰਟੂਰਸ ਦਿਖਾਏ ਗਏ ਆ ਕਿਉਂਕਿ ਤੁਸੀਂ ਬਣਾਏ ਨਹੀਂ ਸੀਗੇ, ਹਾਲੇ ਤੱਕ ਬਣਾਏ ਨਹੀਂ ਆ, ਕਈਆਂ ਨੇ ਕੰਟੂਰਸ ਦਾ ਨਹੀਂ ਪਤਾ, ਇਸ ਕਰਕੇ ਮੈਂ ਕੰਟੂਰਸ ਦੀ ਵੀ ਇਹ ਫੋਟੋ ਦਿਖਾਈ ਆ। ਇਹ ਬੇਸਿਕਲੀ ਇੱਕ ਹਿੱਲ ਹੈ, ਜਿੱਦਾਂ ਹਿੱਲ ਹੈ ਜਾਂ ਹਿੱਲ ਦਾ ਕੰਟੂਰ ਬਣਾ ਕੇ ਆਪਾਂ ਦਿਖਾਤੇ। ਉੱਪਰਲੇ ਪੋਰਸ਼ਨ ਜਾਂ ਦੇਖੋਗੇ ਆ ਹਿੱਲ ਹੈ, ਉਹਦੇ ਹੀ ਸਾਹਮਣੇ ਉਹਦੇ ਕੰਟੂਰਸ ਆਪਾਂ ਡਰੋ ਕੀਤੇ ਹੈਗੀ ਕਿ ਹਿੱਲ ਕਿੱਦਾਂ ਸ਼ੋ ਹੋਏਗੀ ਕੰਟੂਰ। ਦੈਨ ਅਗਲਾ ਟੌਪਿਕ ਆ ਜਾਂਦਾ ਜੀ ਹਾਈਵੇ ਅਲਾਈਨਮੈਂਟ। ਹਾਈਵੇ ਅਲਾਈਨਮੈਂਟ ਆਪਾਂ ਕਿੱਦਾਂ ਚੈੱਕ ਕਰਨੀ ਹੈ? ਹਾਈਵੇ ਦੀ ਅਲਾਈਨਮੈਂਟ ਹੈ ਕੀ, ਬੇਸਿਕਲੀ ਆਪਾਂ ਆਪਣੀ ਗੱਡੀਆਂ ਦੇ ਵੀਲਸ ਦੀ ਵੀ ਅਲਾਈਨਮੈਂਟ ਕਰਾਉਂਦੇ ਆ। ਅਲਾਈਨਮੈਂਟ ਮਤਲਬ ਉਹਨਾਂ ਨੂੰ ਸਿੱਧਾ ਕਰਾਉਂਦੇ ਆ ਬਿਲਕੁਲ, ਤਾਂ ਕਿ ਉਹ ਜਿਹੜੀ ਵੀਲ ਦੀ ਫ੍ਰਿਕਸ਼ਨ ਆ ਉਹ ਸਾਰੇ ਵੀਲਸ ਦੀ ਫ੍ਰਿਕਸ਼ਨ ਬਰਾਬਰ ਹੋਵੇ। ਅਗਰ ਅਲਾਈਨਮੈਂਟ ਨਹੀਂ ਹੁੰਦੀ ਤਾਂ ਕਿਸੇ ਵੀਲ ਦੀ ਫ੍ਰਿਕਸ਼ਨ ਜ਼ਿਆਦਾ ਹੋ ਜਾਂਦੀ, ਕਿਸੇ ਵੀਲ ਦੀ ਫ੍ਰਿਕਸ਼ਨ ਘੱਟ ਹੁੰਦੀ ਆ। ਸੋ ਉਹ ਸਾਰੇ ਦੇ ਸਾਰੇ ਫੈਕਟਰਸ ਆਪਾਂ ਦੇਖੀਦੇ ਆ ਜੀ ਹਾਈਵੇ ਅਲਾਈਨਮੈਂਟ ਦੇ ਵਿੱਚ ਵੀ। ਅਲਾਈਨਮੈਂਟ ਕਹਿੰਦੇ ਕਿਹਨੂੰ? ਦਾ ਪੋਜੀਸ਼ਨ ਔਰ ਦਾ ਲੇਆਊਟ ਆਫ ਦਾ ਸੈਂਟਰ ਲਾਈਨ ਆਫ ਦਾ ਹਾਈਵੇ ਔਨ ਦਾ ਗਰਾਊਂਡ ਇਜ਼ ਕਾਲਡ ਹਾਈਵੇ ਅਲਾਈਨਮੈਂਟ। ਮੈਂ ਰਿਪੀਟ ਕਰ ਰਿਹਾ ਜੀ, ਦਾ ਪੋਜੀਸ਼ਨ ਔਰ ਦਾ ਲੇਆਊਟ ਆਫ ਦਾ ਸੈਂਟਰ ਲਾਈਨ ਆਫ ਦਾ ਹਾਈਵੇ ਔਨ ਦਾ ਗਰਾਊਂਡ ਇਜ਼ ਕਾਲਡ ਹਾਈਵੇ ਅਲਾਈਨਮੈਂਟ। ਹਾਈਵੇ ਅਲਾਈਨਮੈਂਟ ਹੈਗੀ ਆ ਕਿ ਜਿਹੜੀ ਉਹਦੀ ਸੈਂਟਰ ਲਾਈਨ ਆ, ਰੋਡ ਦੇ ਸੈਂਟਰ ਤੇ ਤੁਸੀਂ ਦੇਖਿਆ ਹੋਣਾ ਇੱਕ ਲਾਈਨ ਮਾਰਕ ਕੀਤੀ ਜਾਂਦੀ ਹੈ, ਉਹਦੀ ਅਲਾਈਨਮੈਂਟ, ਉਹ ਜਿਹੜੀ ਸੈਂਟਰ ਲਾਈਨ ਆ ਗਰਾਊਂਡ ਦੇ ਉੱਤੇ, ਉਹਨੂੰ ਆਪਾਂ ਹਾਈਵੇ ਅਲਾਈਨਮੈਂਟ ਕਹੀਦਾ ਜੀ। ਇਟ ਇਨਕਲੂਡਸ ਦਾ ਸਟ੍ਰੇਟ ਪਾਥ, ਹੋਰੀਜ਼ੋਨਟਲ ਡੈਵੀਏਸ਼ਨ ਐਂਡ ਕਰਵਸ। ਇਹ ਸਿੱਧੀ ਵੀ ਹੋ ਸਕਦੀ ਹੈ ਡੈਵੀਏਸ਼ਨ, ਹੋਰੀਜ਼ੋਨਟਲ ਡੈਵੀਏਸ਼ਨ ਵੀ ਹੋ ਸਕਦੇ, ਕਰਵਸ ਵੀ ਹੋ ਸਕਦੀ ਹੈ ਜੀ ਅਲਾਈਨਮੈਂਟ ਦੇ ਵਿੱਚ। ਡਿਊ ਟੂ ਇੰਪਰੋਪਰ ਅਲਾਈਨਮੈਂਟ, ਅਗਰ ਸਾਡੀ ਅਲਾਈਨਮੈਂਟ ਸਹੀ ਨਹੀਂ ਹੁੰਦੀ, ਰੋਡ ਦੀ ਅਲਾਈਨਮੈਂਟ ਸਹੀ ਨਹੀਂ ਹੁੰਦੀ,
ਉਹਦੇ ਨਾਲ ਕੀ ਨੁਕਸਾਨ ਹੋਏਗਾ ਜੀ, ਡਿਸਐਡਵਾਂਟੇजेस ਕੀ ਨੇ। ਪਹਿਲਾ ਇਨਕਰੀਜ਼ ਇਨ ਦਾ ਕੰਸਟਰਕਸ਼ਨ, ਅਗਰ ਆਪਾਂ ਰੋਡ ਦੀ ਅਲਾਈਨਮੈਂਟ ਸਹੀ ਨਹੀਂ ਰੱਖੀ, ਰੋਡ ਦਾ ਪਾਥ ਜਿਹੜਾ ਉਹ ਜ਼ਿਆਦਾ ਲੰਬਾ ਹੋ ਜਾਏਗਾ, ਉਹਦੀ ਕੰਸਟਰਕਸ਼ਨ ਜਿਹੜੀ ਹੈ ਉਨੀ ਜ਼ਿਆਦਾ ਵਧੇਗੀ। ਉਹਦਾ ਕੰਸਟਰਕਸ਼ਨ ਦਾ ਖਰਚਾ ਅਗਰ ਆਪਾਂ ਐਵਰੇਜ ਵੀ ਕੱਢੀਏ, 1 ਕਿਲੋਮੀਟਰ ਦਾ ਖਰਚਾ ਕੱਢ ਕੇ ਦੇਖ ਲਿਓ, ਹਿਸਾਬ ਲਾ ਕੇ ਜਦੋਂ ਕੈਲਕੂਲੇਸ਼ਨਾਂ ਕਰੋਗੇ ਕਿ ਕਿੰਨਾ ਖਰਚਾ ਆਉਂਦਾ ਇਹਨਾਂ ਦਾ। ਦੈਨ ਇਨਕਰੀਜ਼ ਇਨ ਦਾ ਮੇਨਟੇਨੈਂਸ ਕੋਸਟ, ਜਿਹੜੀ ਉਹਦੀ ਰੋਡ ਆਪਾਂ ਬਣਾ ਤਾਂ ਦਿੱਤੀ ਲੰਬੀ, ਅਗਰ ਗਲਤੀ ਨਾਲ ਬਣ ਵੀ ਗਈ ਅਲਾਈਨਮੈਂਟ ਤੇ ਉਹਦੀ ਮੇਨਟੇਨੈਂਸ ਵੀ ਕਰਨੀ ਪੈਣੀ ਬਾਰ-ਬਾਰ, ਉਹ ਮੇਨਟੇਨੈਂਸ ਕੋਸਟ ਵੀ ਇਨਕਰੀਜ਼ ਹੋਣੀ ਜੀ। ਦੈਨ ਅਗਲਾ ਪੁਆਇੰਟ ਹੈਗਾ ਜੀ ਇਨਕਰੀਜ਼ ਇਨ ਦਾ ਵਹੀਕਲ ਆਪਰੇਸ਼ਨ ਕੋਸਟ। ਜਿਹੜੇ ਉਹ ਲੰਬੀ ਸੜਕ ਬਣ ਗਈ ਆ, ਉਹ ਲੰਬੀ ਸੜਕ ਤੇ ਜਦੋਂ ਆਪਾਂ ਆਪਣੇ ਵਹੀਕਲ ਲੈ ਕੇ ਜਾਣੇ ਆ, ਉਹ ਵਹੀਕਲ ਦਾ ਵੀ ਉਹਨਾਂ ਖਰਚਾ ਜ਼ਿਆਦਾ ਆਣਾ, ਉਹਦੀ ਫ੍ਰਿਕਸ਼ਨ ਉਨੀ ਜ਼ਿਆਦਾ ਹੋਣੀ, ਉਨਾ ਜ਼ਿਆਦਾ ਤੁਹਾਡਾ ਜਿਹੜਾ ਫਿਊਲ ਆ ਉਨਾ ਜ਼ਿਆਦਾ ਕੰਜ਼ਿਊਮ ਕਰਨਾ ਵਹੀਕਲ ਨੇ। ਦੈਨ ਇਨਕਰੀਜ਼ ਇਨ ਦਾ ਐਕਸੀਡੈਂਟ ਕੋਸਟ, ਜਿਹੜੇ ਐਕਸੀਡੈਂਟ ਦੇ ਚਾਂਸਿਸ ਆ ਉਹ ਵੀ ਉਨੇ ਜ਼ਿਆਦਾ ਵਧਣਗੇ ਜਿੰਨਾ ਡਿਸਟੈਂਸ ਜ਼ਿਆਦਾ ਲੰਬਾ ਹੋਏਗਾ ਜੀ। ਸੋ ਹਾਈਵੇ ਦੀ ਅਲਾਈਨਮੈਂਟ ਜਿਹੜੀ ਹੈ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ, ਮੀਨਸ ਸਟ੍ਰੇਟ ਹਾਈਵੇ ਹੋਣੀ ਚਾਹੀਦੀ ਮੋਸਟਲੀ ਲਾਈਕ ਦਿਸ। ਆ ਮੈਂ ਕੁਛ ਦਿਖਾਇਆ, ਲੇਕਿਨ ਇਹਦੇ ਚ ਇੱਥੇ ਕਰਕੇ ਦੇਖੋ ਆ ਚੁਰਾਹਾ ਆ ਰਿਹਾ, ਇੱਥੇ ਹਾਈਵੇ ਅਲਾਈਨਮੈਂਟ ਉਹਨਾਂ ਨੇ ਇੱਥੇ ਕਰਕੇ ਗੜਬੜ ਕਰਤੀ, ਲੇਕਿਨ ਹਾਈਵੇ ਦੀ ਆ ਸੈਂਟਰ ਲਾਈਨ ਹੈ, ਇਹਨੂੰ ਆ ਬਿਲਕੁਲ ਸਟ੍ਰੇਟ ਹੋਣੀ ਚਾਹੀਦੀ। ਮੈਕਸਿਮਮ ਟਾਈਮ ਕੋਸ਼ਿਸ਼ ਸਾਡੀ ਇਹੀ ਹੋਣੀ ਚਾਹੀਦੀ ਕਿ ਆ ਜਿਹੜੀ ਹਾਈਵੇ ਦੀ ਅਲਾਈਨਮੈਂਟ ਆ ਬਿਲਕੁਲ ਸਟ੍ਰੇਟ ਹੋਣੀ ਚਾਹੀਦੀ। ਲੇਕਿਨ ਇਨ ਬਿਟਵੀਨ ਅਗਰ ਕੋਈ ਆਬਸਟਰਕਸ਼ਨਸ ਵਗੈਰਾ ਆਉਂਦੀ ਆ ਜਾਂ ਕੋਈ ਦਿੱਕਤ ਆਉਂਦੀ ਆ, ਉੱਥੇ ਸਾਨੂੰ ਕੋਈ ਕਰਵਸ ਵਗੈਰਾ ਪ੍ਰੋਵਾਈਡ ਕਰਨੇ ਪੈਂਦੇ ਲਾਈਕ ਦਿਸ। ਆ ਇੱਕ ਹੇਅਰ ਪਿਨ ਬੈਂਡ ਆ, ਅਗੇਨ ਹੇਅਰ ਪਿਨ ਬੈਂਡ ਦਿਖਾਇਆ ਗਿਆ, ਮੈਂ ਲਾਸਟ ਟਾਈਮ ਵੀ ਤੁਹਾਨੂੰ ਦੱਸਿਆ ਹੈ, ਇਹ ਕਰਵ ਪ੍ਰੋਵਾਈਡ ਕੀਤੀ ਗਈ ਇੱਥੇ। ਆ ਕਰਵ ਹੈ, ਕਰਵ ਦੇ ਉੱਤੇ ਸੁਪਰ ਐਲੀਵੇਸ਼ਨ ਆਪਾਂ ਪ੍ਰੋਵਾਈਡ ਕਰਨਾ ਹੀ ਕਰਨਾ। ਥੱਲੇ ਵਾਲੀ ਕਰਵ ਦੇਖੋ ਇੱਥੇ ਜ਼ਿਆਦਾ ਕਲੀਅਰ ਤੁਹਾਨੂੰ ਦਿਖਦਾ ਪਿਆ, ਆ ਕਰਵ ਆ, ਇਨਰ ਫੇਸ ਆ ਕਰਵ ਦਾ, ਇਹ ਡਾਊਨ ਹੈ, ਆ ਆਊਟਰ ਫੇਸ ਆ, ਇਹ ਥੋੜਾ ਜਿਹਾ ਲੈਵਲ, ਇਹ ਵਾਲੇ ਲੈਵਲ ਤੋਂ ਇਹਦਾ ਲੈਵਲ ਥੋੜਾ ਜਿਹਾ ਹਾਈ ਪ੍ਰੋਵਾਈਡ ਕੀਤਾ ਗਿਆ। ਦੈਨ ਇਹ ਵੀ ਇੱਕ ਹਾਈਵੇ ਹੈ, ਅਗੇਨ ਦਿਸ ਇਜ਼ ਵਨ ਹਾਈਵੇ। ਅਲਾਈਨਮੈਂਟ ਚੈੱਕ ਕਰੋ, ਬਿਲਕੁਲ ਸਟ੍ਰੇਟ ਹੋਣੀ ਚਾਹੀਦੀ ਜੀ ਹਾਈਵੇ ਅਲਾਈਨਮੈਂਟ। ਇਹ ਡਾਇਗਰਾਮਸ ਇਸੇ ਕਰਕੇ ਮੈਂ ਤੁਹਾਨੂੰ ਦਿਖਾਇਆ ਕਿ ਈਜ਼ਲੀ ਤੁਹਾਨੂੰ ਕਲੀਅਰ ਹੋ ਜੇ ਕਿ ਹਾਈਵੇ ਅਲਾਈਨਮੈਂਟ ਹੈ ਕੀ। ਅਗੇਨ ਵਨ ਥਿੰਗ, ਗ੍ਰੇਡੀਅੰਟ ਕੀ ਚੀਜ਼ ਆ, ਇੱਥੋਂ ਦੀ ਲੈ ਕੇ ਇੱਥੇ ਤੱਕ, ਇੱਥੋਂ ਦੀ ਲੈ ਕੇ ਇੱਥੇ ਤੱਕ ਇਹ ਵਾਲੀ ਰੋਡ ਦਾ ਜਿਹੜਾ ਲੈਵਲ ਡਿਫਰੈਂਸ ਹੋਏਗਾ, that is the gradient, that is the gradient। 1n ਕਿੰਨਾ ਲੈਵਲ ਇਹਦਾ, ਚਾਹੇ ਉਹ ਅਪਵਰਡ ਆ ਚਾਹੇ ਡਾਊਨਵਰਡ ਆ, ਉਹਦਾ ਲੈਵਲ ਕਿੰਨਾ ਡਿਫਰੈਂਸ ਆ, that is gradient। then requirements of highway alignment, requirements of highway alignment, highway alignment ਦੀ ਕੀ requirements ਹੁੰਦੀਆਂ ਜੀ। ਪਹਿਲਾ short, second is easy, safe and economical। short ਕੀ ਹੋਣਾ ਚਾਹੀਦਾ, ਜਿਹੜਾ ਉਹਦੀ ਅਲਾਈਨਮੈਂਟ ਹੈ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਦਾ ਜਿਹੜਾ ਡਿਸਟੈਂਸ ਆ ਉਹ ਸ਼ੋਰਟ ਹੋਣਾ ਚਾਹੀਦਾ ਜੀ। ਜਿੱਥੇ ਵੀ ਆਪਾਂ ਜਾ ਰਹੇ ਹਾਂ ਉਹਦਾ ਡਿਸਟੈਂਸ ਘੱਟ ਤੋਂ ਘੱਟ। ਆਪਾਂ ਆਪਣਾ ਵਹੀਕਲ ਜਦੋਂ ਲੈ ਕੇ ਜਾਂਦੇ ਹਾਂ ਕਿਤੇ ਵੀ, ਆਪਾਂ ਪਹਿਲਾਂ ਦਿਮਾਗ 'ਚ ਸੋਚਦੇ ਹਾਂ ਮੈਂ ਇੱਥੋਂ ਦੀ ਕਿੱਥੇ ਜਾਣਾ ਵਾ, ਫਿਰ ਉੱਥੇ ਤੱਕ ਦੇ ਜਿਹੜੇ ਨੰਬਰ ਆਫ ਰੂਟਸ ਆ ਉਹ ਸਾਰੇ ਦੇ ਸਾਰੇ ਰੂਟਸ ਸਾਡੇ ਦਿਮਾਗ 'ਚ ਆਉਂਦੇ। ਫਿਰ ਦੈਨ ਆਪਾਂ ਪ੍ਰੈਫਰ ਕਿਹੜਾ ਕਰਦੇ ਹਾਂ, ਜਿਹੜਾ ਰੂਟ ਸਭ ਤੋਂ ਛੋਟੈਸਟ ਹੈ ਔਰ ਘੱਟ ਟ੍ਰੈਫਿਕ ਹੈ ਜਿਹੜੇ ਰੂਟ ਤੇ ਆਪਾਂ ਉਹ ਰੂਟ ਪ੍ਰੈਫਰ ਕਰਦੇ ਹਾਂ ਜੀ। ਦੈਨ ਈਜ਼ੀ, ਜਿੰਨਾ ਤੁਹਾਡੀ ਰੋਡ ਸਟ੍ਰੇਟ ਹੋਏਗੀ ਉਨੀ ਉਹਦੀ ਕੰਸਟਰਕਸ਼ਨ ਈਜ਼ੀ ਹੋਏਗੀ, ਉਨੀ ਉਹਦੀ ਮੇਨਟੇਨੈਂਸ ਈਜ਼ੀ ਹੋਏਗੀ। ਸੋ ਇਸ ਕਰਕੇ ਰੋਡਸ ਜਿਹੜੀਆਂ ਸਾਡੀਆਂ ਮੋਸਟਲੀ ਸਟ੍ਰੇਟ ਹੋਣੀਆਂ ਚਾਹੀਦੀਆਂ। ਈਜ਼ੀ ਟੂ ਕੰਸਟਰਕਟ ਐਂਡ ਮੇਨਟੇਨ ਦਾ ਰੋਡ ਵਿਦ ਦਾ ਮਿਨੀਮਮ ਪ੍ਰੋਬਲਮ, ਆਲਸੋ ਈਜ਼ੀ ਫੋਰ ਦਾ ਆਪਰੇਸ਼ਨ ਆਫ ਦਾ ਵਹੀਕਲਸ। ਜਿੰਨੇ ਤੁਹਾਡੀ ਰੋਡ ਦੇ ਵਿੱਚ ਬੈਂਡਸ ਜਾਂ ਟਰਨਸ ਆਉਣਗੇ ਉਨਾ ਹੀ ਤੁਹਾਨੂੰ ਡਰਾਈਵ ਕਰਨ 'ਚ ਵੀ ਦਿੱਕਤ ਆਏਗੀ ਜੀ। ਨੈਕਸਟ, safe enough for the construction and the maintenance from the viewpoint of the stability and of natural hill slope, embankment and cut slope, also save the traffic operation। ਸੋ ਇਹ ਚੀਜ਼ਾਂ ਨੇ ਜਿਹੜੀ ਸੇਫ ਹੋਣੀ ਚਾਹੀਦੀ ਸਾਡੀ ਹਾਈਵੇ ਹਿੱਲੀ ਏਰੀਆਜ਼ 'ਚ, ਖਾਸ ਕਰਕੇ ਸਾਨੂੰ ਹਾਈਵੇ ਦੀ ਅਲਾਈਨਮੈਂਟ ਜਿਹੜੀ ਪ੍ਰੋਪਰ ਮੇਨਟੇਨ ਕਰਨੀ ਚਾਹੀਦੀ ਹੈ ਜੀ। ਦੈਨ ਅਗਲਾ ਜਿਹੜਾ ਇੰਪੋਰਟੈਂਟ ਪੁਆਇੰਟ ਹੈ ਦੈਟ ਇਜ਼ ਇਕਨੋਮਿਕਲ। ਜਿਹੜੀ ਇਹਦੀ ਟੋਟਲ ਇਨੀਸ਼ੀਅਲ ਕੋਸਟ ਹੈ, ਟੋਟਲ ਕੋਸਟ ਇਨਕਲੂਡਿੰਗ ਇਨੀਸ਼ੀਅਲ ਕੋਸਟ, ਮੇਨਟੇਨੈਂਸ ਕੋਸਟ ਐਂਡ ਦਾ ਵਹੀਕਲ ਆਪਰੇਸ਼ਨ ਕੋਸਟ ਸ਼ੁੱਡ ਬੀ ਮਿਨੀਮਮ। ਇਹ ਸਾਰੀਆਂ ਕੋਸਟ ਇੱਕ ਮਿਨੀਮਮ ਹੋਣੀਆਂ ਚਾਹੀਦੀਆਂ, ਚਾਹੇ ਉਹ ਇਨੀਸ਼ੀਅਲ ਕੋਸਟ ਹੈ ਰੋਡ ਨੂੰ ਬਣਾਉਣ ਦੇ ਵਿੱਚ ਜਿਹੜੀ ਕੋਸਟ ਆਉਂਦੀ ਉਹ, ਦੈਨ ਬਣਾਉਣ ਤੋਂ ਬਾਅਦ ਜਿਹੜੀ ਉਹਨੂੰ ਮੇਨਟੇਨੈਂਸ ਦੀ ਕੋਸਟ ਆਣੀ ਉਹ, ਵਹੀਕਲ ਆਪਰੇਸ਼ਨ ਕੋਸਟ ਮੀਨਸ ਜਿਹੜੇ ਉਹਦੇ ਤੇ ਵਹੀਕਲ ਜਿਹੜੇ ਜਾਣੇ ਆ, ਵਹੀਕਲਸ ਦਾ ਜਿਹੜਾ ਫਿਊਲ ਕੰਜ਼ਿਊਮ ਹੋਣਾ ਉਹ ਵੀ ਘੱਟ ਤੋਂ ਘੱਟ ਕੰਜ਼ਿਊਮ ਹੋਵੇ। ਮੀਨਸ ਜਿਹੜਾ ਸਾਡਾ ਡਿਸਟੈਂਸ ਹੈ ਉਹ ਸ਼ੋਰਟੈਸਟ ਡਿਸਟੈਂਸ ਹੋਣਾ ਚਾਹੀਦਾ।
ਸੋ ਇਹ ਸਾਰੇ ਦੇ ਸਾਰੇ ਫੈਕਟਰਸ ਸਾਨੂੰ ਧਿਆਨ 'ਚ ਰੱਖ ਕੇ ਹਾਈਵੇ ਨੂੰ ਆਪਾਂ ਡਿਜ਼ਾਈਨ ਕਰਾਂਗੇ ਜੀ। ਹਾਈਵੇ ਨੂੰ ਆਪਾਂ ਪਲਾਨ ਕਰਾਂਗੇ ਕਿ ਆਪਾਂ ਕਿੱਥੇ ਹਾਈਵੇ ਈਜ਼ੀਲੀ ਬਣਾ ਸਕਦੇ ਹਾਂ। ਦੈਨ ਫੈਕਟਰਸ ਕੰਟਰੋਲਿੰਗ ਹਾਈਵੇ ਅਲਾਈਨਮੈਂਟ, ਹਾਈਵੇ ਦੀ ਅਲਾਈਨਮੈਂਟ ਨੂੰ ਕਿਹੜੇ ਕਿਹੜੇ ਫੈਕਟਰਸ ਕੰਟਰੋਲ ਕਰਦੇ ਆ ਜੀ। ਦੈਟ ਇਜ਼ ਓਬਲੀਗੇਟਰੀ ਪੁਆਇੰਟਸ ਹੈ, ट्रैफिक पॉइंट्स है, जियोमेट्रिक डिजाइन है, इकोनॉमिक्स है, अदर कंसिडरेशंस है। सो ये सारे दे सारे पॉइंट आप नैक्सट लैक्चर दे विच ब्रीफली डिस्कस करांगे। सो इत्थे तक आप अज अपना लैक्चर जिहड़ा फिनिश करते हैं। सो